भाई ਅਸੀਂ ਤੇ ਫੋਤ ਹੋਇਆ ਹੀ ਲਿਆ ਵੀਰੇ ਸਾਡਾ ਪੁੱਤਰ ਮੇਰਾ ਚੱਕਣਾ ਚੂਰ ਹੋ ਕੇ ਮਸ਼ੀਨ ਚ ਨਿਕਲਿਆ ਕਿਉਂ ਜਦੋਂ ਮਸ਼ੀਨ ਦੇ ਉੱਤੇ ਚੜਿਆ ਉਸ ਟਾਈਮ ਉਹਨਾਂ ਨੇ ਜ਼ਾਲਮਾਂ ਨੇ ਬਟਨ ਦਬਾ ਦਿੱਤਾ ਹੈ ਮੇਰਾ ਪੁੱਤਰ ਜਦੋਂ ਮਰ ਗਿਆ ਉਦੋਂ ਬਾਹਰ ਕੱਢਿਆ मेरे पुत्र दी लत्तां विच वड्डियां गईयां ने उन्हें सारा जिस्म इन्ना सारा वड्डिया गया चकना चूर हो गया। नहीं हमें पैसे दे दें 3 लाख दे के हमने क्या अपने भाई को बेचने हम कभी नहीं अपने भाई को बेचेंगे। आपके भाई की कीमत 3 लाख रुपए लगाई? हाँ जी मैं क्या ना मैं नहीं लेने अपने पुत्र ਨੂੰ मैं नहीं ਵੇਚਣਾ ਮੈਨੂੰ ਕਹਿੰਦੇ ਨੇ ਤੂੰ ਨਾ ਲਏਂਗੀ ਅਸੀਂ ਡੀਪੀਓ ਤੇ ਚਲੇ ਜਾਵਾਂਗੇ ਜਿਹੜੇ ਤੈਨੂੰ ਦੇਣੇ ਨੇ ਅਸੀਂ ਡੀਪੀਓ ਨੂੰ ਦੇ ਕੇ ਅਸੀਂ ਤੇਰਾ ਕੁਝ ਨਹੀਂ ਹੋਣ ਦਿਆਂਗੇ। ਹਾਂਜੀ ਭਾਈ ਉਹ ਬਹੁਤ ਤੜਨੇ ਬਦਮਾਸ਼ ਟਾਈਪ ਦੇ ਬੰਦੇ ਨੇ ਤਾਂ ਸਾਨੂੰ ਧਮਕੀਆਂ ਲਾ ਰਹੇ ਨੇ ਕਦੀ ਕਹਿੰਦੇ ਨੇ ਕਿ ਤੁਸੀਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਓਗੇ ਕੀ ਕਰੋਗੇ ਸਾਡਾ कुछ नहीं तुसी कर सकते। किसी की औकात नहीं कि इनका केस हाईलाइट कर सके। मुतलका मीडिया रायवेंड के सहाफ़ी इस केस को हाईलाइट नहीं कर सके। अस्सलाम वालेकुम, आपका मेज़बान मुजाहिद ने अब आपकी खिदमत में हाजिर और आप देख रहे हैं MN पॉइंट। इस बूढ़ी माँ का आखिरी सहारा और इन बहनों का इकलौता भाई जो कि इनका वाहिद कफील था घर से मजदूरी करने जाता है और शाम को इस माँ को खबर मिलती है कि आपके बेटे की डेथ होगी। वो 19 साल अली हैदर है, इन बहनों की शादी की तैयारी कर रहा था, थोड़े थोड़े पैसे इकट्ठे करके इन बहनों के लिए जहेज बना रहा था। शाम को इनको खबर मिलती है कि आपका भाई जो कि सुबह मजदूरी पर गया एक ब्लॉक बनाने वाली फैक्ट्री में मजदूरी पर गया, वहाँ पर कंक्रीट मिक्स करने वाली मिक्सचर मशीन में गिर के उसकी डेथ होगी। बात करके जानते हैं कि डेथ हुई, एक हादसा हुआ या उसका कत्ल किया गया, उस पर तशद्दुद किया गया, वाकई की असल हकीकत क्या है माँ से जानने की कोशिश करते हैं। अस्सलाम वालेकुम माँ जी। वालेकुम सलाम। जी कितने बेटे हैं आपके? भाई मेरे 2 बेटे ने। छोटा है अली हैदर बड़ा बेटा था? सब तो बड़ा मेरा बेटा अली हैदर सी 19 साल दा और घਰ ਦਾ ਵਾਹਿਦ ਕਫੀਲ ਵੀ ਅਲੀ ਹੈਦਰ? हाँ जी भाई साडा सारा ਉਹੀ ਸੀ ਘਰ ਦੀ ਜ਼ਿੰਮੇਵਾਰੀਆਂ ਉਹੀ ਮੁੰਡਾ ਲੈਂਦਾ ਸੀ ਮੇਰਾ ਬੇਟਾ। ਹੋਰ ਤੁਹਾਡਾ ਕੀ ਕਰਦਾ ਹੈ? ਭਾਈ ਉਹ ਛੋਟੀ ਮੋਟੀ ਦੁਕਾਨ ਹੈ ਵੈਸੇ ਅੱਜ 10 ਕਿਲੋ ਦੁੱਧ ਹੈ ਜਿਹੜਾ 2 ਦਿਨ ਚ ਇਸਤੇਮਾਲ ਹੁੰਦਾ ਚਾय ਦੇ ਵਿੱਚ। ਸੁਣਨ ਚ ਵੀ ਆਇਆ ਕਿ ਤੁਹਾਡੇ ਸ਼ੋਹਰ ਦਾ ਜ਼ਿਹਨੀ ਤਵਾਜ਼ਨ ਵੀ ਕੁਝ ਦਰੁਸਤ ਨਹੀਂ ਹੈਗਾ। हाँ जी भाई और ਇੰਨੀ ਉਹਨਾਂ ਨੂੰ ਕੋਈ ਸਮਝ ਨਹੀਂ ਗਈ ਕਿਸੇ ਗੱਲ ਦੀ ਵੀ। ਕਿੰਨੀਆਂ ਬੇਟੀਆਂ ਨੇ ਤੁਹਾਡੀਆਂ? ਮੇਰੀਆਂ 3 ਬੇਟੀਆਂ ਨੇ। ਇਹਨਾਂ ਤਿੰਨਾਂ ਭੈਣਾਂ ਦੀ ਕਫਾਲਤ ਅਲੀ ਹੈਦਰ ਕਰ ਰਿਹਾ ਸੀ? हाँ जी भाई। ਕੀ ਹੋਇਆ, ਕਿਸ ਤਰ੍ਹਾਂ ਮਜ਼ਦੂਰੀ ਤੇ ਗਿਆ, ਫਿਰ ਕਿਸ ਤਰ੍ਹਾਂ ਤੁਹਾਨੂੰ ਖਬਰ ਮਿਲੀ ਕਿ ਬੇਟੇ ਨਾਲ ਇਹ ਹਾਦਸਾ ਹੋ ਗਿਆ? भाई मेरा बेटा इथों काम तो गया और किसी ने बुलाया खुद मेरे बेटे ਨੂੰ ਕੰਮ ਵਾਸਤੇ ਕਿ ਸਾਡੇ ਕੋਲ ਨਾ ਕੰਮ ਵਾਸਤੇ ਮੁੰਡਾ ਨਹੀਂ ਹੈਗਾ ਤੁਸੀਂ ਕੰਮ ਵਾਸਤੇ ਮੁੰਡਾ ਕੋ ਭੇਜ ਦਿਓ। ਮੇਰੇ ਬੇਟੇ ਨੇ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਆਪਣੀ ਭੈਣਾਂ ਦੀ ਸ਼ਾਦੀ ਕਰਨੀ ਜਿਸ ਤਰ੍ਹਾਂ ਦਾ ਵੀ ਮਿਲਦਾ ਮੈਂ ਕਰ ਲੈਣਾ। ਜਿੱਥੇ ਭਾਈ 6 ਬੰਦਿਆਂ ਦਾ ਕੰਮ ਸੀ ਉੱਥੇ ਇੱਕ ਮੇਰਾ ਬੇਟਾ ਇਕੱਲਾ ਹੀ ਲੱਗਾ ਰਿਹਾ। ਆਪਣੀ ਬਹਿਨੋਂ ਕੇ ਲਈ ਕਿ ਮੇਰੀ ਬਹਿਨ हाँ जी बन जाएगा? जी भाई मैं ना छोटी तो बाद 2 ਹਫ਼ਤਿਆਂ ਬਾਅਦ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਨੀ ਸੀ। ਉਹ ਇਸ ਵਜ੍ਹਾ ਤੋਂ ਮੇਰਾ ਬੇਟਾ ਗਿਆ ਹੈ ਲੇਕਿਨ ਉਹਨੇ ਕਦੀ ਇਹ ਕੰਮ ਨਹੀਂ ਸੀ ਕੀਤਾ ਜਿੱਥੇ ਉਹਨਾਂ ਨੇ ਬੁਲਾਇਆ ਕੰਮ ਤੇ। ਉਹਨਾਂ ਨੇ ਕਿਹਾ ਸਿਰਫ ਤੁਸੀਂ ਫੱਟੇ ਇੱਧਰ ਤੇ ਉੱਧਰ ਕਰਨੇ ਨੇ ਹੋਰ ਕੋਈ ਕੰਮ ਨਹੀਂ ਕਰਨਾ। ਭਾਈ ਮੇਰਾ ਬੇਟਾ ਕੰਮ ਕਰਕੇ ਆ ਗਿਆ 2 ਘੰਟਿਆਂ ਬਾਅਦ ਮੇਰੇ ਬੇਟੇ ਨੂੰ ਫੋਨ ਆਇਆ ਕਿ ਬੱਚੇ ਆ ਕੇ ਨਾ ਮਸ਼ੀਨ ਸਾਫ਼ ਕਰ ਦੇ। ਮੇਰੇ ਬੇਟੇ ਨੇ ਉਹਨਾਂ ਨੂੰ ਮਨਾ ਨਹੀਂ ਕੀਤਾ ਹਾਲਾਂਕਿ ਉਹ ਆਪਣਾ ਕੰਮ ਕੰਪਲੀਟ ਕਰਕੇ ਆਇਆ ਉੱਥੇ ਸਾਰੀ ਡਿਊਟੀ ਪੂਰੀ ਕਰਕੇ ਆਇਆ। ਜਦੋਂ ਮੇਰਾ ਬੇਟਾ ਘਰ ਆ ਕੇ ਬੈਠਾ ਉਹਨੂੰ ਫੋਨ ਆਇਆ ਉਸ ਤੋਂ ਬਾਅਦ ਮੇਰਾ ਬੇਟਾ ਚਲਾ ਗਿਆ ਕੰਮ ਤੇ ਕਹਿੰਦਾ ਕਿ ਅੰਮੀ ਮੈਂ ਮਸ਼ੀਨ ਸਾਫ਼ ਕਰਕੇ ਆ ਰਿਹਾ ਵਾਂ। ਮੇਰਾ ਬੇਟਾ ਮਸ਼ੀਨ ਦੇ ਉੱਤੇ ਚੜਿਆ ਜਿਸ ਤਰ੍ਹਾਂ ਉੱਥੋਂ ਸਾਰਿਆਂ ਨੇ ਦੇਖਿਆ ਹੈ ਉਹਦੀ ਜਿਨ੍ਹਾਂ ਨੇ ਬਟਨ ਦਬਾਇਆ ਉਹਦੀ ਬੀਵੀ ਨੇ ਵੀ ਇਹੋ ਹੀ ਸਾਨੂੰ ਦੱਸਿਆ ਕਿ ਮੇਰੇ ਬੰਦੇ ਕੋਲੋਂ ਗਲਤੀ ਹੋਈ ਹੈ ਉਹਨੇ ਬਟਨ ਦਬਾ ਦਿੱਤਾ। ਅਸੀਂ ਕਿਸੇ ਮਸ਼ੀਨ ਦਾ ਬਟਨ ਦਬਾਉਣਾ ਸੀ ਦਬਾਇਆ ਇਹ ਗਿਆ ਬੰਦਾ ਹੁੰਦਾ ਕਹਿੰਦਾ ਹੈ ਕਿ ਮੇਰੀ ਬੀਵੀ ਕੋਲੋਂ ਦਬਾਇਆ। ਭਾਈ ਸਾਨੂੰ ਕੋਈ ਸਮਝ ਨਹੀਂ ਲੱਗਦੀ ਮੇਰਾ ਬੇਟਾ ਜੁੱਤੀ ਉਤਾਰ ਕੇ ਮਸ਼ੀਨ ਦੇ ਉੱਤੇ ਚੜਿਆ ਤੇ ਉਹਨਾਂ ਨੇ ਪਿੱਛੋਂ ਬਟਨ ਦਬਾ ਦਿੱਤਾ। ਕੀ ਹਾਲਤ ਸੀ ਅਲੀ ਹੈਦਰ ਦੀ ਜੋ ਤੁਸੀਂ ਆਪਣੇ ਬੇਟੇ ਨੂੰ ਦੇਖਿਆ? ਭਾਈ ਅਸੀਂ ਤੇ ਫੋਤ ਹੋਇਆ ਹੀ ਲਿਆ ਵੀਰੇ ਸਾਡਾ ਪੁੱਤਰ ਮੇਰਾ ਚੱਕਣਾ ਚੂਰ ਹੋ ਕੇ ਮਸ਼ੀਨ ਚ ਨਿਕਲਿਆ। ਨਹੀਂ ਭਾਈ ਕਿਸੇ ਹੋਰ ਨੇ ਆ ਕੇ ਕੀਤੀ ਜਦੋਂ ਮੇਰਾ ਪੁੱਤਰ ਮਰ ਗਿਆ। ईद के बाद आपकी बेटी की शादी थी और वो भाई अपनी बहनों के लिए जहेज इकट्ठा करने के लिए ओवर टाइम लगा रहा था कि चलो 4 पैसे इकट्ठे हो जाएंगे। ਇਕੱਠੇ ਹੋ ਜਾਣਗੇ ਵੀਰੇ। ਹਾਂਜੀ ਜੀ ਗੱਲ ਹੈ ਮੇਰੀ ਬੱਚੀ ਦੀ ਵਜ੍ਹਾ ਤੋਂ ਗਿਆ ਸੀ ਕਿ ਮੈਂ ਉਹਦੀ ਬੀਵੀ ਇੱਕ ਮੈਂ ਵਾਂ
3 ਭੈਣਾਂ ਨੇ, ਅਸੀਂ 5 ਅਫਰਾਦ। ਛੋਟਾ ਮੇਰਾ ਬੇਟਾ 7 ਸਾਲ ਦਾ ਹੈ, ਉਹ ਕੱਲਾ ਮੇਰੇ ਪੁੱਤਰ ਦੇ ਸਿਰ ਤੇ ਸੀ ਸਾਰੇ ਜ਼ਿੰਮੇਵਾਰੀਆਂ ਵੀਰੇ ਉਹ ਲੈਂਦਾ ਸੀ ਮੇਰਾ पुत्र। नाज़रीन, इनके इस वाक़े की FIR थाना रायगढ़ में कटती है। मुतलका फैक्ट्री के मालकान इतने बाअसर हैं, वो कहते हैं जी हम DPO तक अपनी मंथली देते हैं, किसी की औकात नहीं कि इनका केस हाईलाइट कर सके। मुतलका मीडिया रायगढ़ के सहाफ़ी इस केस को हाईलाइट नहीं कर सके, यानी कि वो लोग इतने बाअसर हैं कि मुतलका मीडिया को खरीद लिया, किसी ने इनके केस को हाईलाइट करने की कोशिश तक नहीं की। साहब कहते हैं कि हम DPO को खरीद लेंगे। मां जी, ਤੁਹਾਨੂੰ ਕੋਈ ਆਫਰ ਵੀ ਕੀਤੀ ਉਹਨਾਂ ਪੈਸੇ ਦੀ ਕਿ ਪੈਸੇ ਲੈ ਲਓ ਤੇ ਆਪਣੇ ਬੇਟੇ ਨੂੰ ਜੋ ਹੋ ਗਿਆ ਉਹ ਮਾਫ ਕਰ ਦਿਓ? ਬਈ ਸਾਡੇ ਕੋਲ ਨਾ ਕੋਈ, ਸਾਨੂੰ ਨਹੀਂ ਉਹਨਾਂ ਦਾ ਪਤਾ, ਜਿਹੜੇ ਜਿਹੜੇ ਬੰਦੇ ਭੇਜ ਰਹੇ ਨੇ ਸਾਨੂੰ ਕਹਿ ਰਹੇ ਨੇ ਕਿ 3 ਲੱਖ ਰੁਪਏ ਲੈ ਲਵੋ, 3 ਲੱਖ ਰੁਪਏ ਲੈ ਲਵੋ ਤੇ ਤੁਸੀਂ ਸੁਲ੍ਹਾ ਕਰ ਲਵੋ, ਤੁਸੀਂ ਮਾੜੇ ਬੰਦੇ ਹੀ ਚਲੋ ਖਤਮ ਵਗੈरह दिला लोगे, कार खर्चा को 4 दिन इस्तेमाल तुसी कर लो। 3 बहनों का जवान भाई आपके घर का वाहिद कफील चला गया और क्या कह रहे हैं जी 3 लाख रुपए ले ले? हाँ जी भाई, फिर क्या मैं क्या ना, मैं नहीं लेने अपने पुत्र ਨੂੰ, मैं नहीं ਵੇਚਣਾ। ਮੈਨੂੰ ਕਹਿੰਦੇ ਨੇ ਤੂੰ ਨਾ ਲਏਂਗੀ ਅਸੀਂ DPO ਤੇ ਚਲੇ ਜਾਵਾਂਗੇ, ਜਿਹੜੇ ਤੈਨੂੰ ਦੇਣੇ ਨੇ ਅਸੀਂ DPO ਨੂੰ ਦੇ ਕੇ ਅਸੀਂ ਤੇਰਾ ਕੁਛ ਨਹੀਂ ਹੋਣ ਦਿਆਂਗੇ, ਤੇਰੀ ਐਂਡ ਵੀ ਸੁਲਾ ਤੇ ਤੇਰੀ ਹੁਣ ਵੀ ਸੁਲਾ, ਇਹਨਾਂ ਨਾਲ ਬਿਹਤਰ ਹੈ ਕਿ ਤੂੰ ਪਿੱਛੇ ਹਟ ਜਾ, ਚੁੱਪ ਕਰ। ਇਹ ਬਾਅਸਰ ਲੋਕ ਹੈਗੇ ਨੇ। हाँ जी भाई, ਉਹ ਬਹੁਤ ਤੜਨਿਆ ਬਦਮਾਸ਼ ਟਾਈਪ ਦੇ ਬੰਦੇ ਨੇ, ਤਾਂ ਸਾਨੂੰ ਧਮਕੀਆਂ ਲਾ ਰਹੇ ਨੇ। ਕਦੀ ਕਹਿੰਦੇ ਨੇ ਕਿ ਤੁਸੀਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਓਗੇ, ਕੀ ਕਰੋਗੇ, ਸਾਡਾ ਕੁਛ ਨਹੀਂ ਤੁਸੀਂ ਕਰ ਸਕਦੇ। ਮੇਰੇ ਦੱਸੋ ਮੈਂ ਕੀ ਕਰਾਂ ਉਹਨਾਂ ਦਾ, ਮੇਰਾ ਬੰਦਾ ਵੀ ਮਾੜਾ, ਉਹਨੂੰ ਕੋਈ ਸਮਝ ਨਹੀਂ, ਮੇਰਾ ਪੁੱਤਰ ਵੀ ਉਹੀ ਕਮਾਉਣ ਵਾਲਾ ਸੀ। नाज़रीन, इन आंसुओं का जवाब कौन देगा? मरियम नवाज साहबा आप जवाब देंगी? इन बहनों का इकलौता सहारा, इनकी तीसरी बहन कैमरे के पीछे बैठ के रो रही है। इन 3 बहनों का इकलौता सहारा जो कि घर से मजदूरी करने के लिए निकला, उसका कत्ल कर दिया जाता है बकौल इनके। और मुलजमान ये कहते हैं कि 3 लाख रुपए ले लें, कोई खत्म शत्म करवा लेना, जो तुसी ए ना लाया तो DPO ने दे देने ने, तो DPO साहब आपे केस बंद कर देंगे। मरियम नवाज साहब, सवालिया निशान ये है कि आपकी मॉडल पुलिस आज के इस दौर में भी पैसे लेके किसी माँ के बेटे के कत्ल का केस दबा देती है, या इसको हाईलाइट करके इस माँ को इंसाफ दिया जाएगा? मां जी, ਤੁਹਾਨੂੰ ਕੀ ਲੱਗਦਾ ਹੈ? ਮੁਲਜ਼ਮਾਨ ਤੇ ਕਹਿੰਦੇ ਨੇ ਕਿ ਹਾਦਸਾ ਹੋ ਗਿਆ, ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਬੇਟੇ ਨਾਲ ਕੀ ਕੀਤਾ ਗਿਆ? ਬਈ ਮੇਰੇ ਬੇਟੇ ਨੂੰ ਕਤਲ ਕੀਤਾ ਗਿਆ, ਮੇਰੇ ਬੇਟੇ ਨੂੰ ਮਾਰਿਆ ਗਿਆ ਜਾਣ ਬੁੱਝ ਕੇ। ਵੀਰੇ ਮੇਰਾ ਪੁੱਤਰ ਕੰਮ ਤੋਂ ਆ ਗਿਆ ਸੀ, ਫਿਰ ਉਹਨਾਂ ਨੇ 2 ਘੰਟਿਆਂ ਬਾਅਦ ਬੁਲਾ ਕੇ ਉਹ ਜਦੋਂ ਮਸ਼ੀਨ ਦੇ ਉੱਤੇ ਚਾੜੀ ਆ, ਉਸ ਟਾਈਮ ਉਹਨਾਂ ਨੇ ਜ਼ਾਲਮਾਂ ਨੇ ਬਟਨ ਦਬਾ ਦਿੱਤਾ ਹੈ। ਮੇਰਾ ਪੁੱਤਰ ਜਦੋਂ ਮਰ ਗਿਆ ਉਦੋਂ ਬਾਹਰ ਕੱਢਿਆ, ਕਿਸੇ ਹੋਰ ਨੇ ਵੇਖਿਆ, ਉਹਨੇ ਜਾ ਕੇ ਬਟਨ ਬੰਦ ਕੀਤਾ ਤੇ ਮੇਰੇ ਪੁੱਤਰ ਨੂੰ ਕੱਢਿਆ। ਮੇਰੇ ਪੁੱਤਰ ਦੀਆਂ ਲੱਤਾਂ ਵਿੱਚ ਵੱਡੀਆਂ ਗਈਆਂ ਨੇ, ਉਹਦਾ ਸਾਰਾ ਜਿਸਮ ਇੰਨਾ ਸਾਰਾ ਵੱਢਿਆ ਗਿਆ, ਚੱਕਣਾ ਚੂਰ ਹੋ ਗਿਆ। काश के मेरे पास कोई ऐसी कलम होती जिस कलम से मैं इस तरह के बाअसर लोगों के लिए कुछ लिखता, और फिर जो लिखता वो दुनिया देखती। लेकिन अफसोस के साथ मेरे हाथ में ये माइक है और मेरे सामने ये कैमरा है, मैं इसके तवस्सुल से ये सारी चीज़ें आप तक पहुंचाता हूँ, और आपका फ़र्ज़ बनता है कि ऐसे लोगों की आवाज़ बने। मेरी बहन, ईद के बाद किसकी शादी थी? आपकी शादी? मेरी शादी थी। भाई आपके लिए जहेज इकट्ठा कर रहा था? जी, मेरे लिए जहेज इकट्ठा कर रहा आखिरी बात क्या हुई भाई से? था। कोई बात नहीं, सुबह 5 बजे चला गया था। सुबह तो वो बहुत खुश गया था, जब घर वापस आया तो 2 उदास था। वापस उन्होंने दोबारा कॉल बैक उसको की है, वो कह रहा है वो 2 बजे बाद कॉल बैक की है उसको, वापस बुलवाया उन्होंने कि घर एक मशीन है वो साफ़ कर दो आके। तो वो बहुत उदासी में वापस गया है, तो फिर वापस घर ही नहीं आया। मेरी बहन, क्या हुआ? 3 बहनों का इकलौता भाई जो कि सहारा था, गरीब बहनों का वो भाई भी छीन लिया। मेरे भाई को कैसे मारा गया, उनसे इंसाफ लेकर दे। मेरा भाई एक ही था, बाप का एक ही सहारा था। अभी तो एक छोटा भाई था, बहनों के लिए जहेज बना रहा था, मेहनत करता है अपने हाथों से। हमें धमकी देते हैं, कहते हैं नहीं हमें पैसे दे दें, 3 लाख दे के हमने क्या अपने भाई को बेचना है? हम कभी नहीं अपने भाई को बेचेंगे। आपके भाई की कीमत 3 लाख रुपए लगाई? हाँ जी, 3 लाख DPO को दे देंगे, हम पुलिस वाले को दे के, हमारा कुछ नहीं है, आप लोग कर सकेंगे। क्या चाहती हैं आज मरियम नवाज साहबा को, क्या कहना चाहेंगी? मरियम नवाज हमें इंसाफ लेकर दे, हमें वीडियो दिखाए हमारे भाई का गुनाह क्या था। हमारे भाई का कोई गुनाह नहीं था।
जालिमों ने कैसे मारा, क्यों मारा, उसकी क्या इस फैक्ट्री में आपके भाई की डेथ हुई, वहाँ पर कैमरे लगे हुए थे? हाँ जी, 3 कैमरे लगे थे, वो पुलिस वाले ले गए, वो वीडियो नहीं दिखाए। कोई सीसीटीवी फुटेज भी नहीं दिखाई? नहीं, कुछ नहीं दिखाया। 2 दिन बाद भाई की जाके लाश मिली, वो दे ही नहीं रहे थे। बहनों से मैं क्या सवाल करूं, इस बेटी की शादी थी ईद के बाद और इनके घर में सफ़े मातम बिछ गया। डीआईजी फैसल कामरान साहब, ये आपके लिए चैलेंज है कि आपका ज़िला लाहौर हो और उसका थाना रायविंड हो और उसके अंदर लोग ये कहें कि हम डीपीओ को पैसे खिला देंगे, आपके केस का कुछ नहीं बनेगा, तो आपके लिए चैलेंज है। आपकी मॉडल पुलिस के लिए चैलेंज है। इस माँ के ये आंसू, इन बहनों के ये आंसू ज़ाया नहीं जाने चाहिए। आईजी पंजाब अब्दुल करीम साहब, आपके लिए भी ये चैलेंज है कि आपने अपनी पुलिस को किस तरह काउंसलिंग करनी है, किस तरह आपके पुलिस अफसरान 3-3 लाख रुपए लेके 6-6 लाख रुपए लेके इन मजलूम बहनों के भाई के कत्ल को छुपा देंगे। अपनी कीमती राय का इज़हार कीजिएगा। देखते हैं मन पॉइंट अला निगहबान।